सतनाम वाहिगुरु साहिब जियो। बिलावल महला पंजवा। सहज समाध आनंद सूख पूरे गुरदीन। सदा सहाई संग प्रभ अमृत गुण चीन। सहज समाध आनंद सूख पूरे गुरदीन। सदा सहाई संग प्रभ अमृत गुण चीन। रहा जय जयकार जगत में लोचें सब जिया। सुप्रसन्न भय सतगुर प्रभु कछ बिघन ना थिया। जाका अंग दयाल प्रभ ताके सब दास। सदा सदा वडियाइयां नानक गुर पास। जाका अंग दयाल प्रभ ताके सब दास। सदा सदा वडियाइयां नानक गुर पास। वाहिगुरु जी का खालसा वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। गुरु पातशाह जी की अपार बख्शिश ढलदी शाम संगत दे ये पल सानू प्राप्त होए ने। समा गुरबाणी व्याख्या दा है। बिलावल राग दे बचन गुरु अर्जन पातशाह द्वारा उचरित किया गया संदेश सानू प्राप्त हुंदा है। दो पदियां दा बचन आप जी ने पाठ रूप में स्रोत पाया है। पहला ही बंद रहाओ दा बंद है जिहदे तो असीं विचार प्रारंभ कर रहे हाँ। सब जिक्र करते हैं सहज समाध आनंद सूख पूरे गुरदीन। सदा सहाई संग प्रभ अमृत गुण चीन। रहाओ सहज समाध आनंद सूख पूरे गुरदीन। पूरे गुरु ने मैनू कुछ दे दिता आ, नवाज दिता आ, बख्श दिता आ। तो की दिता आ? पूरे गुरदीन। वट कंप्लीट मास्टर हैज़ गिफ्टेड मी। सहज समाध आनंद सूख आ बख्शिया उसने। सहज समाध आनंद सूख। मनुख दियां जीवन दियां लोड़ां दी कमी तो कोई नहीं। मतलब यह है कि बंदे नूं खाण पाण रहन सहन जीण लई बहुत कुछ चाहिए बेतहाशा। ये कोई नहीं हैगा कि तुसी कोई लिमिट लगा लोगे या तुसी कोई कैलकुलेशन कर लोगे। मतलब सब रूपों च देखा जाए समा बदलता है, मुहाज बदलता है, वक्त बदलता है। उहदे मुताबिक लोड़ां थोड़ा चीज़ां सब उस रूप दे विच ते असीं इन्हां सब नूं तरजीह दे के कमाउने भी आ। इहदे च भी कोई शक नहीं हैगा। पर सच्चाई ये है कि निरा पदार्थक तौर पर कमाया होया दैट्स नॉट एनफ। क्योंकि ये भी एहसास किया जाए कि बंदे दा रहन सहन बंदे दी सोच नूं प्रभावित करता है। बंदे दी सोच उहदे रहन सहन नूं प्रभावित करती है। वाइस वर्सा। इस तरह जानो जिवें सहज समाध की गल की गई है। समाधि एक तो समाधि है जिन्हों इंस्टेंट समाधि कहा गया है कि जस्ट एक मैडिटेशन का गैस्चर कह लो, एक पॉज कह लो जिहदे च बंदा अपने आप को इनवॉल्व करता है। अज की दुनिया दे विच
क्योंकि बहुत वड्डे लैवल ते लोड़ समझी जा रही है मैਡੀਟੇਸ਼ਨ ਦੀ, ਮਾਈਂਡਫੁਲਨੈਸ ਦੀ। ਤੇ ਇਹੋ ਜਿਹੀਆਂ ਜਿਹੜੀਆਂ ਜਿਹਨੂੰ ਇੱਕ ਮਕੈਨੀਕਲ ਜਾਂ ਮਕੈਨਿਜ਼ਮ ਕਿਹਾ ਜਾਂਦਾ ਹੈਗਾ, ਉਹਦੇ 'ਚ ਬੰਦਾ ਲੌਸਟ ਹੋਈ ਜਾਂਦਾ ਹੈ। ਤੇ ਸੋਚਿਆ ਜਾ ਰਿਹਾ ਕਿ ਸ਼ਾਇਦ ਕੋਈ ਸਪੈਸੀਫਿਕ ਤਰੀਕਾ, ਢੰਗ, ਵੀ ਸਮਾਧੀ ਐਵੇਂ ਲੱਗ ਜੇ, ਐਵੇਂ ਲੱਗ ਜੇ, ਕੁਝ ਖਾਸ ਕਿਸਮ ਦਾ ਬੰਦਾ ਪੋਸਚਰ ਬਣਾ ਲੇ, ਗੈਸਚਰ ਬਣਾ ਲੇ, ਉਹਦੇ ਵਿੱਚ ਈਵਨ ਕਿਤਾਬ 'ਚ ਲਿਖੇ ਪਏ ਨੇ ਬਹੁਤ ਸਾਰੇ ਵੱਡੇ ਪੱਧਰ 'ਤੇ ਮਾਈਂਡਫੁਲਨੈਸ ਦਾ ਬਹੁਤ ਸਾਰਾ ਲਿਟਰੇਚਰ ਮੈਂ ਵੀ ਪੜ੍ਹਿਆ ਆ। ਅਤੇ ਉਹਦੇ 'ਚ ਜ਼ਿਆਦਾ ਫੋਕਸ ਇਹਨਾਂ ਚੀਜ਼ਾਂ 'ਤੇ ਰਿਹਾ ਕਿ ਭਾਈ ਤੁਸੀਂ ਜਿਹੜਾ ਹੈਗਾ ਕ੍ਰੋਸ ਲੈਗਸ ਕਿਵੇਂ ਕਰਨੀਆਂ ਨੇ, ਤੁਹਾਡੀ ਜਿਹੜੀ ਇਹ ਖਾਸ ਕਰਕੇ ਬੈਕ ਜਿਹੜੀ ਕਿਵੇਂ ਹੋਣੀ ਚਾਹੀਦੀ ਹੈਗੀ ਹੈ, ਐਂਡ ਵਟ ਸੋਰਟ ਆਫ ਐਕਚੁਅਲੀ ਗੈਸਚਰ ਇਜ਼ ਗੁੱਡ ਐਂਡ ਵਟ ਸੋਰਟ ਆਫ ਗੈਸਚਰ ਇਜ਼ ਨਾਟ ਗੁੱਡ, ਇਹਦੇ ਉੱਤੇ ਫੋਕਸ ਕੀਤਾ ਗਿਆ। ਅਤੇ ਇਹ ਅਪੀਲ ਵੀ ਕਰਦਾ ਬੰਦੇ ਨੂੰ ਮੁਕਾਬਲਤਨ ਜਿਹੜੀ ਚੀਜ਼ ਨੂੰ ਟਿਕਾਉਣਾ ਹੈ ਉਹ ਤਾਂ ਹੈ ਮਨ, ਅਤੇ ਮਨ ਬਾਰੇ ਤਾਂ ਕੋਈ ਸਮਝ ਹੀ ਨਹੀਂ ਹੈ, ਇਹਦੇ ਬਾਰੇ ਤਾਂ ਟੋਟਲੀ ਅਸੀਂ ਇਲੀਟਰੇਟ ਹੈਗੇ ਹਾਂ। ਅਤੇ ਗੁਰਬਾਣੀ ਕਹਿ ਵੀ ਰਹੀ ਹੈ, ਬੜੇ ਧਿਆਨ ਨਾਲ ਦੇਖੋਗੇ ਤਾਂ ਪਤਾ ਲੱਗੇਗਾ, ਸਨਕਾਦਿਕ ਨਾਰਦ ਮੁਨ ਸੇਖਾ ਤਿਹ ਪੀ ਤਨ ਮੈਂ ਮਨ ਨਹੀਂ ਪੇਖਾ। ਸਾਡੀ ਤੁਹਾਡੀ ਤਾਂ ਗੱਲ ਹੀ ਛੱਡੀ ਜਾਏ, ਵੱਡੇ ਵੱਡੇ ਜਿਹੜੇ ਮਿਥਿਹਾਸ ਦੇ ਵਿੱਚ ਮਿਥਿਅਕ ਕਰੈਕਟਰ ਮੰਨੇ ਗਏ ਸੀਗੇ, ਜਿਵੇਂ ਸਨਕ, ਸਨੰਤ ਕੁਮਾਰ, ਬ੍ਰਹਮਾ ਦਾ ਪੂਰਾ ਖਾਨਦਾਨ, ਸਨਕਾਦਿਕ ਨਾਰਦ। ਕੋਈ ਬਹੁਤ ਬੰਦਾ ਚੰਗਾ ਹੋਏ ਤੇ ਅਸੀਂ ਕਹਿੰਦੇ ਹਾਂ ਬੰਦਾ ਦੇਵਤਾ ਆ। ਸੋ ਦੇਵਤੇ ਚੰਗੇ ਹੁੰਦੇ ਨੇ ਸਾਡੇ ਜਾਚ ਵਿੱਚ, ਇਸ ਰੂਪ ਦੇ ਅੰਦਰ ਆ ਵੀ ਸਮਨ ਇਜ਼ ਐਜ਼ ਏ ਵੀ ਕੰਸੀਡਰ ਦੈਟ ਪਰਸਨ ਐਜ਼ ਏ ਐਂਜਲ, ਐਜ਼ ਏ ਡਿਵਾਈਨ। ਪਰ ਸੋਚ ਕੇ ਦੇਖੋ, ਜੇ ਉਸ ਮਿਥਿਹਾਸ ਨੂੰ ਇੱਕ ਤਰ੍ਹਾਂ ਦੇ ਨਾਲ ਕਿਸੇ ਪਰਸਪੈਕਟਿਵ ਵਿੱਚ ਪਾ ਕੇ ਜੇ ਅੰਡਰਸਟੈਂਡ ਕਰਨਾ ਹੋਏ ਕਿ ਜਿਹੜਾ ਸ਼ਖਸ ਦੇਵਤਿਆਂ ਨੂੰ ਪੜ੍ਹਾਉਂਦਾ ਹੋਏਗਾ ਉਹ ਕਿੰਨਾ ਕੁ ਸਿਆਣਾ ਹੋਏਗਾ, ਬਹੁਤ ਸਿਆਣਾ ਹੋਏਗਾ, ਬਹੁਤ। ਉੱਥੇ ਲਾਜ਼ਮੀ ਦੇਵਤਿਆਂ ਦਾ ਕੁੱਲ ਗੁਰੂ ਹੈ ਨਾਰਦ। ਕਿਆ ਸਨਕਾਦਿਕ ਨਾਰਦ ਮੁਨ ਸ਼ੇਖਾ। ਮੁਨ ਸ਼ੇਖਾ ਉਹ ਮੁਨੀ ਜਿਹੜੇ ਵਿਸ਼ਿਸ਼ਟ ਮੁਨੀ ਨੇ, ਸਾਰੇ ਮੁਨੀ ਵਿਸ਼ਿਸ਼ਟ ਨਹੀਂ, ਬਹੁਤ ਉਮਦਾ ਰਿਸ਼ੀ ਲੋਕ। ਤਿਹ ਵੀ ਤਨ ਮੈਂ ਮਨ ਨਹੀਂ ਵੇਖਾ, ਉਹਨਾਂ ਨੇ ਵੀ ਇਸ ਤਨ ਦੇ ਵਿੱਚ ਪਏ ਹੋਏ ਮਨ ਨੂੰ ਨਹੀਂ ਵੇਖਿਆ, ਮਨ ਦੇ ਵਲਵਲੇ ਨਹੀਂ ਪਕੜ ਪਾਏ। ਇਹਨੂੰ ਸਾਹਿਬ ਨੇ ਇਸ ਤਰ੍ਹਾਂ ਵੀ ਕਿਹਾ, ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ। ਮਨਾ ਤੂੰ ਕਿਹਦੀ ਕਿਹਦੀ ਬੇੜੀ 'ਚ ਵੱਟੇ ਨਹੀਂ ਪਾਏ, ਕਿਹਨੂੰ ਕਿਹਨੂੰ ਨਹੀਂ ਡੋਬਿਆ। ਜੋ ਮਨ ਦੇ ਮਗਰ ਤੁਰਿਆ ਤੇ ਮਨ ਤੇ ਲੈ ਗਿਆ ਉਸਨੂੰ ਬਰਬਾਦੀ ਦੇ ਰਾਹ ਦੇ ਉੱਤੇ, ਕਿਉਂਕਿ ਮਨ ਤੇ ਪ੍ਰਤੀਤ ਆਈ ਨਹੀਂ, ਵਿਸ਼ਵਾਸ ਆਇਆ ਨਹੀਂ, ਮਨਮੁਖ ਹੋਇਆ ਨਹੀਂ, ਮਨ ਦੇ ਮਗਰ ਲੱਗਿਆ ਨਹੀਂ, ਤੇ ਮਨ ਤੇ ਲੈ ਜਾਏਗਾ ਬਰਬਾਦੀ ਦੇ ਰਾਹ। ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ, ਮਹਾ ਮੋਹਣੀ ਮੋਹਿਆ ਨਰਕ ਕੀ ਰੀਤ। ਇਸ ਨੂੰ ਜਦੋਂ ਮਹਾ ਮੋਹਣੀ ਮੋਹ ਲੈਂਦੀ ਹੈ, ਮਤਲਬ ਇੱਕ ਸੰਸਾਰਕ ਤੌਰ 'ਤੇ ਜਿਹੜੀ ਚਮਕ ਦਮਕ ਆ, ਜਿਹੜਾ ਤਿਲਿਸਮ ਆ, ਜਿਹੜਾ ਇੱਕ ਖਾਸ ਕਰਕੇ ਇੱਕ ਐਸੀ ਅਟਰੈਕਸ਼ਨ ਆ ਜਿਹੜੀ ਇੱਕ ਵਾਰੀ ਸਾਡੇ ਅੰਦਰ ਸੁਰਤ ਕਰਕੇ ਲੱਗ ਜਾਏ ਸਾਨੂੰ, ਤੇ ਫਿਰ ਤੇ ਪਾਗਲਪਨ ਦੀ ਇੰਤਹਾ ਆ ਬੰਦੇ ਦੀ, ਬੰਦੇ ਦਾ ਟਿਕਾ ਥੋੜ੍ਹਾ ਹੈ ਕੋਈ। ਸੋ ਕਿਆ ਮਹਾ ਮੋਹਣੀ ਮੋਹਿਆ ਨਰਕ ਕੀ ਰੀਤ, ਨਰਕ ਤੱਕ ਲੈ ਜਾਏਗਾ ਉਸਨੂੰ, ਤੇ ਖੁਦ ਨੂੰ ਪਤਾ ਵੀ ਨਹੀਂ ਲੱਗੇਗਾ ਵੀ ਮੈਂ ਕਿੱਧਰ ਨੂੰ ਜਾ ਰਿਹਾ ਹੈਗਾ। ਸੋ ਇਸ ਰੂਪ ਵਿੱਚ ਦੇਖਿਆ ਜਾਏ ਤੇ ਇਹ ਚੀਜ਼ ਬਾਰੇ ਨਾ ਸਮਝ, ਨਾ ਉਹਦੇ ਬਾਬਤ ਐਜੂਕੇਸ਼ਨ, ਤੇ ਉਹਦੇ ਬਾਰੇ ਬੰਦੇ ਦੀ ਇੱਛਾ ਸ਼ਕਤੀ ਵੀ ਨਹੀਂ ਹੈਗੀ ਕਿ ਉਸ ਰੂਪ ਦੇ ਵਿੱਚ ਬੰਦਾ ਆਪਣੇ ਆਪ ਨੂੰ ਉਸ ਲੈਵਲ 'ਤੇ ਸੁਧਾਰ ਸਕੇ। ਫਿਰ ਇਹੋ ਜਿਹੀ ਸਮਾਧ ਬਾਰੇ ਕੌਣ ਅੰਡਰਸਟੈਂਡ ਕਰੇਗਾ। ਹਾਂ, ਬਾਹਰ ਦੀ ਸਮਾਧੀ ਉਹ ਖੁਸ਼ੀ ਵੀ ਦੇ ਦਿੰਦੀ ਹੈ ਵੀ ਹਾਂ ਬਈ ਸਮਾਧੀ ਲੱਗ ਗਈ, ਮੈਂ ਘੰਟਾ ਬੈਠ ਸਕਦਾ, ਮੈਂ 2 ਘੰਟੇ ਬੈਠ ਸਕਦਾ, ਬਟ ਵਟ ਇਜ਼ ਦ ਰਿਜ਼ਲਟ। ਅਲਟੀਮੇਟ ਉਸ ਸਾਰੇ ਦੇ ਵਿੱਚੋਂ ਇੱਕ ਫੇਕ ਪ੍ਰਾਈਡ ਤੇ ਡਿਵੈਲਪ ਹੋ ਗਿਆ, ਪਰ ਮਿਲਿਆ ਕੀ। ਗੁਰੂ ਮਹਾਰਾਜ ਇਹਦੇ ਮੁਕਾਬਲਤਨ ਕਹਿੰਦੇ ਸਹਿਜ ਸਮਾਧ। ਮੈਂ ਜਿਹੜੀ ਬੇਨਤੀ ਕੀਤੀ, ਸਾਡੀਆਂ ਲੋੜਾਂ ਬਾਕੀ ਸਭ ਤੇ ਪੂਰੀਆਂ ਹੋ ਹੀ ਜਾਣਗੀਆਂ, ਅਸੀਂ ਮਿਹਨਤ ਕਰਾਂਗੇ, ਮੁਸ਼ੱਕਤ ਕਰਾਂਗੇ, ਪਰ ਜਿਹੜੀ ਅੰਦਰ ਦੀ ਅਸਲ ਲੋੜ, ਮਨ ਦੀ ਲੋੜ ਆ, ਅੰਦਰ ਦੀ ਲੋੜ ਆ, ਉਹ ਹੈਗੇ ਨੇ ਗੁਣ। ਉਹ ਹੈਗੀ ਏ ਇੱਕ ਐਸੀ ਜੀਵਨ ਜਾਚ, ਇੱਕ ਐਸੀ ਪ੍ਰੇਰਨਾ, ਇੰਸਪੀਰੇਸ਼ਨ
ਜੋ ਸਾਨੂੰ ਪ੍ਰੇਰੇ। ਜਿਵੇਂ ਆਪਾਂ ਜ਼ਿੰਦਗੀ 'ਚ ਅਕਸਰ ਸੁਣਦੇ ਹਾਂ, ਸਿੰਪਲ ਲਿਵਿੰਗ ਹਾਈ ਥਿੰਕਿੰਗ, ਬੜਾ ਵਧੀਆ ਆਈਡੀਅਮ ਹੈ, ਬਟ ਹੂ ਇਜ਼ ਅਡਾਪਟਿੰਗ ਇਟ। ਲਿਵਿੰਗ ਤੇ ਬੰਦਾ ਬੜੀ ਸਫਿਸਟੀਕੇਟਡ ਕਰ ਰਿਹਾ, ਬੜੀ ਗਲੈਮਰਾਈਜ਼ਡ ਕਰ ਰਿਹਾ ਹੈ, ਅਤੇ ਥਿੰਕਿੰਗ ਉਹਦੇ 'ਚ ਗਰਕਦਾ ਤੁਰਿਆ ਲਗਾ ਜਾ ਰਿਹਾ। ਉਹਦੇ 'ਚ ਤੇ ਮਾੜੀ ਜਿਹੀ ਵੀ ਕੋਈ ਚੰਗੀ ਗੱਲ ਟਿਕ ਹੀ ਨਹੀਂ ਸਕਦੀ। ਸੋ ਆਹ ਰੂਪ ਜਿਹੜਾ, ਤੇ ਫਿਰ ਇਹ ਆਪਾਂ ਬੀਤੇ 'ਚ ਰੀਸੈਂਟ ਕੱਲ੍ਹ ਪਰਸੋਂ ਹੀ ਗੱਲ ਕਰ ਰਹੇ ਸੀਗੇ ਕਿ ਅਨਕੌਂਸ਼ੀਅਸ ਕੰਪੈਟੀਬਲ ਹੋਣ ਦੀ ਗੱਲ ਹੋ ਰਹੀ ਹੈ। ਸੁਤੇ ਸਿੱਧ ਸੁਭਾਵਕ ਹੀ ਜੀਵਨ ਦੇ 'ਚ ਉਸਾਰੀ ਹੋ ਜਾਏ, ਸਹਿਜ ਸਮਾਧ ਮਨ ਟਿਕ ਜਾਏ। ਹੁਣ ਇਹਦੇ 'ਚ ਮਤਲਬ ਇਹ ਕਿ ਇੱਕ ਅਜੀਬ ਤਰ੍ਹਾਂ ਦੀ ਹਾਲਤ ਬੰਦੇ ਦੇ ਅੰਦਰ ਬਣੀ ਹੋਈ ਹੈ, ਅਤੇ ਉਸ ਹਾਲਤ ਨੂੰ ਦੇਖਦਿਆਂ ਹੋਇਆਂ ਇੱਕ ਇੰਪਲਸਿਵ ਬਿਹੇਵੀਅਰ, ਹਰ ਚੀਜ਼ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਫਿਰ ਇਕੱਲਾ ਇਹ ਨਹੀਂ ਗਾ, ਉਹਦੇ 'ਚ ਆਪਾਂ ਜਸਟ ਮਟੀਰੀਅਲ ਦੀ ਗੱਲ ਨਹੀਂ ਕਰ ਰਹੇ, ਆਪਾਂ ਜੀਵਨ ਦੀਆਂ ਦੂਜੀਆਂ ਚੀਜ਼ਾਂ ਵੀ ਲੈ ਲਈਏ। ਰਿਲੇਸ਼ਨਸ਼ਿਪ ਵਿੱਚੋਂ ਸੁੱਖ ਚਾਹੀਦਾ ਤੇ ਹੋਣੀ ਚਾਹੀਦਾ ਹੈ, ਸੈਟਿਸਫੈਕਸ਼ਨ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਇਮੋਸ਼ਨਲ ਲੈਵਲ 'ਤੇ ਦੂਜਿਆਂ ਤੋਂ ਆਪਣੇ ਵਾਸਤੇ ਕੰਫਰਟ ਹੋਣੀ ਚਾਹੀਦਾ ਹੈ। ਕਾਲਾ ਪਾਨਿਆ ਹੁਣ ਉਹਦੇ ਵਿੱਚੋਂ ਕੁਛ ਵੀ ਨਹੀਂ ਪ੍ਰਾਪਤ ਹੋਏਗਾ। ਕਾਲਾਪਨ ਤੇ ਸ਼ੈਤਾਨ ਦਾ ਕੰਮ ਹੈ, ਤੇ ਸ਼ੈਤਾਨ ਨੱਚੇਗਾ। ਫਿਰ ਮਨ ਇਹਦੇ 'ਚ ਬਹੁਤ, ਮਨ ਦਾ ਫਿਰ ਅਗਲਾ ਜਿਹੜਾ ਇਸ ਤੋਂ ਬਾਅਦ ਨੈਕਸਟ ਸਟੈਪ ਹੁੰਦਾ ਆ, ਉਹਦੇ 'ਚ ਇਹੋ ਹੀ ਹੈ ਕਿ ਇਹ ਫਿਰ ਵਾਂਡਰਿੰਗ ਕਰਦਾ ਆ, ਓਵਰ ਥਿੰਕਿੰਗ ਕਰਦਾ ਆ। ਜੋ ਚੀਜ਼ਾਂ ਨਹੀਂ ਉਹਨਾਂ ਨੂੰ ਫਿਰ ਕੈਲਕੂਲੇਟ ਕਰਨਾ ਸ਼ੁਰੂ ਕਰ ਦਿੰਦਾ ਆ। ਆਈਦਰ ਇਸ ਸੁਪਨ ਮਨੋਰਥ ਵਾਲੇ ਪਾਸੇ ਤੁਰ ਪੈਂਦਾ ਆ, ਫਿਰ ਰਿਐਲਿਟੀ 'ਚ ਕੁਝ ਨਹੀਂ ਬਦਲਣਾ, ਸੁਪਨਿਆਂ 'ਚ ਬਦਲਣਾ ਸ਼ੁਰੂ ਕਰ ਦਿੰਦਾ ਹੈ, ਅਤੇ ਉਹਦੇ 'ਚ ਜੀਣਾ ਸ਼ੁਰੂ ਕਰ ਦਿੰਦਾ ਹੈ, ਇਮੈਜੀਨੇਸ਼ਨ। ਜਾਂ ਫਿਰ ਡਰਾਸਟਿਕ ਵੇ ਦੇ ਨਾਲ ਸੋਚਦਾ ਅਤੇ ਡਰ ਜਾਂਦਾ, ਡਰਿਆ ਹੋਇਆ, ਘਬਰਾਇਆ ਹੋਇਆ, ਫਿਰ ਉਸ ਤਰੀਕੇ ਦੇ ਅਮਲ ਕਰਮ ਕਰਨ ਲੱਗਦਾ ਜਿਹੜੇ ਕਰਨੇ ਨਹੀਂ ਚਾਹੀਦੇ। ਜਿਵੇਂ ਤੁਸੀਂ OCD 'ਚ ਦੇਖਦੇ ਹੋ ਲੋਕਾਂ ਨੂੰ, ਉਹ ਵਾਰ-ਵਾਰ ਹੱਥ ਹੀ ਧੋਈ ਜਾਣਗੇ, ਚੀਜ਼ਾਂ ਇਕੱਠੀਆਂ ਕਰੀ ਜਾਣਗੇ, ਇਸ ਤਰੀਕੇ ਨਾਲ। ਕੀ ਹੋ ਗਿਆ? ਕਿਉਂਕਿ ਹੁਣ ਇਹ ਹੈ, ਮਨ ਟਿਕ ਹੀ ਨਹੀਂ ਰਿਹਾ। ਉਸ ਨੂੰ ਇਹ ਹੈ ਕਿ ਮੈਂ ਜਿਹੜੀ ਆਹ ਚੀਜ਼ ਲਾ ਦਿਆਂ, ਆਹ ਚੀਜ਼ ਸੱਟ ਦਿਆਂ। ਮੈਂ ਬੀਤੇ 'ਚ ਹੀ ਪਿਛਲੇ ਕੁਝ ਵੀਕ ਪਹਿਲਾਂ ਹੀ ਕਿਸੇ ਨਾਲ ਸੀਗਾ, ਅਤੇ ਕੁਝ ਅੰਦਰ ਲਗਾਤਾਰਤਾ ਦੇ ਨਾਲ ਬਾਹਰਲੇ ਸੰਸਾਰ ਵਿੱਚੋਂ ਦੁੱਖ ਮਿਲਿਆ। ਉਸ ਦੁੱਖ ਨੂੰ ਜਿਸ ਵਕਤ ਮਿਲ ਰਿਹਾ ਸੀਗਾ, ਉਦੋਂ ਇੰਨੀ ਸਟਰੈਂਥ ਨਹੀਂ ਸੀ, ਸਮਝ ਨਹੀਂ ਸੀਗੀ ਕਿ ਉਹਨੂੰ ਅਪੋਜ਼ ਕਰ ਸਕਦਾ, ਉਸਨੂੰ ਉਹਦੇ ਉੱਤੇ ਰਿਐਕਟ ਕਰ ਸਕਦਾ। ਅਤੇ ਉਦੋਂ ਸਫਰ ਕਰੀ ਗਿਆ। ਅਤੇ ਹੁਣ ਜਦੋਂ ਇੱਕ ਸਮਾਂ ਆਇਆ, ਜਦੋਂ ਹੁਣ ਫਿਜ਼ੀਕਲੀ ਵੀ ਇੰਨਾ ਸਟਰੋਂਗ ਨਹੀਂ ਰਹਿ ਗਿਆ ਕਿ ਉਹ ਸਾਰੀ ਸਫਰਿੰਗ ਨੂੰ ਬਰਦਾਸ਼ਤ ਕਰ ਸਕੇ। ਕੁਛ ਹੋਰ ਚੈਲੰਜਸ ਆ ਗਏ ਜੀਵਨ ਦੇ ਵਿੱਚ, ਨਵੇਂ ਇਨਵਾਇਰਮੈਂਟ 'ਚ ਆਇਆ ਇੱਥੇ, ਅਤੇ ਹੁਣ ਉਸ ਨਾਲ ਚੈਲੰਜਸ ਨੂੰ ਡੀਲ ਕਰਨਾ ਬੜਾ ਔਖਾ ਆ। ਅਤੇ ਇਹਦੇ 'ਚ ਸਿੰਪਲ ਇਹ ਹੈਗਾ ਕਿ ਬੰਦਾ ਇਹ ਕਹੇ ਵੀ ਆਈ ਵਾਜ਼ ਵਿਕਟਿਮ ਫॉर ਸਮਥਿੰਗ। ਮਾਈਂਡ ਇਹ ਕਹਿਣਾ ਸ਼ੁਰੂ ਕਰ ਦਿੰਦਾ ਹੈ, ਸੋ ਹੁਣ ਤਾਂ ਤੇਰੇ ਕੋਲ ਸਟਰੈਂਥ ਹੀ ਨਹੀਂ ਹੈਗੀ। ਫਿਰ ਉਹ ਇੱਕ ਜਿਹੜਾ ਬੰਦਾ ਐਸਕੇਪਿਜ਼ਮ ਵਾਸਤੇ ਰਾਹ ਵੀ ਲੱਭ ਲੈਂਦਾ। ਸੋ ਇਸ ਕਿਸਮ ਦੀ ਉਹਦੇ ਅੰਦਰ ਫਿਤਰਤ ਸਾਰੀ ਚੱਲ ਰਹੀ। ਅਤੇ ਉਹ ਮੇਰੇ ਨਾਲ ਗੱਲਬਾਤ ਕਰ ਰਿਹਾ, ਅਤੇ ਕੰਸਿਸਟੈਂਟਲੀ ਇੱਕੋ ਹੀ ਗੱਲ ਕਹੀ ਜਾਏ ਕਿ ਮੇਰੇ ਨਾਲ ਜਿਵੇਂ ਕਿਸੇ ਨੇ ਦਿਲ ਦੇ ਉੱਤੇ ਪੱਥਰ ਮਾਰਿਆ ਆ, ਅਤੇ ਉਹ ਪੱਥਰ ਦਿਲ ਦੇ ਨਾਲ ਸਟੱਕ ਹੋ ਗਿਆ। ਮੈਨੂੰ ਕੋਈ ਹੈਲਪ ਕਰੇ, ਉਹ ਨਾ ਦਿਲ ਵਿੱਚੋਂ ਪੱਥਰ ਹਿਲਾਏ ਨਾ, ਹਿਲਾਇਆ ਪੀੜ ਹੁੰਦੀ ਬਹੁਤ ਜ਼ਿਆਦਾ, ਨਾ ਇੱਕਦਮ ਹੱਥ ਨਾਲ ਕਰੇ, ਅਤੇ ਬਸ ਮੈਨੂੰ ਪਤਾ ਲੱਗੇ ਕੱਢ ਦੇ ਵਿੱਚੋਂ, ਅਤੇ ਫਿਰ ਮੈਨੂੰ ਆਰਾਮ ਮਿਲ ਜਾਏਗਾ। ਬੜਾ ਵਧੀਆ ਮੈਟਾਫੋਰ ਆ, ਪਰ ਇਸ ਮੈਟਾਫੋਰ ਦੇ ਵਿੱਚ ਜਿੰਨੀ ਆਸਾਨੀ ਹੈ, ਫਿਜ਼ੀਕਲ ਸਾਈਡ 'ਤੇ ਵੀ ਪੋਸੀਬਲ ਨਹੀਂ ਹੈਗਾ। ਕੋਈ ਚੀਜ਼, ਕੋਈ ਈਵਨ ਕੋਈ ਛਿਲਤਰ, ਕੋਈ ਫਾਂਗ, ਕੋਈ ਐਨੀ ਪੀਸ ਆਫ ਵੁੱਡ ਔਰ ਕੁਝ ਮੈਟਲ ਦਾ ਪੀਸ ਵਗੈਰਾ ਲੱਗ ਜਾਏ ਸਾਡੇ ਕਿਸੇ ਸਰੀਰ ਦੇ ਅੰਗ ਦੇ ਵਿੱਚ, ਅਤੇ ਉਸ ਨੂੰ ਵੀ ਜੇ ਕਿਤੇ ਬਹੁਤ ਮਹੀਮ ਅਤੇ ਬਰੀਕ ਹੋਏ, ਉਹਨੂੰ ਕੱਢਣ ਵਾਸਤੇ ਬੜੀ ਐਫਰਟ ਪਾਉਣੀ ਪੈਂਦੀ ਹੈ। ਇਹ ਨਹੀਂ ਵੀ ਤੁਸੀਂ ਇੱਕਦਮ ਫੜੋਗੇ ਅਤੇ ਕੱਢ ਦਿਓਗੇ, ਨਾ। ਪਰ ਜਿਹੜੀ ਚੀਜ਼ ਸਾਡੇ ਮਨ ਮੰਡਲ, ਵਿਚਾਰਾਂ, ਖਿਆਲਾਂ ਦੀ ਦੁਨੀਆ 'ਚ ਫਸੀ ਪਈ ਹੈ, ਉਸ ਨੂੰ ਤਾਂ ਫਿਰ ਬੜਾ ਉੱਤੇ ਬੜੀ ਵਾਰੀ ਹਿੱਲੇਗਾ, ਬੜੀ ਵਾਰੀ ਪੀੜ ਵੀ ਹੋਏਗੀ, ਬੈਕ ਐਂਡ ਫੋਰਥ ਇਹ ਚੀਜ਼ਾਂ। ਇਸ ਸਾਰੇ ਦੇ 'ਚ ਗੁਰੂ ਮਦਦ ਕਰਦਾ ਆ। ਇਹ ਸ਼ਬਦ ਨੂੰ ਫਿਰ ਧਿਆਨ ਨਾਲ ਦੇਖਣਾ।
ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ। ਗੁਰੂ ਦੇ ਨਾਲ ਪਹਿਲੀ ਰਿਲੇਸ਼ਨਸ਼ਿਪ ਹੈਗੀ ਹੈ ਸਾਡੀ ਆਪਣੇ ਆਪੇ ਨੂੰ ਸਮਝਣ ਵਾਸਤੇ, ਸੈਲਫ ਕਨਫੈਸ਼ਨ। ਜਿੱਥੇ ਅਸੀਂ ਬਾਣੀ ਪੜ੍ਹੀਏ, ਬਾਣੀ ਰਚਨਹਾਰ ਮਤਲਬ ਦੈਵੀ ਲੋਕ ਨੇ, ਪੂਜਣਯੋਗ ਲੋਕ ਨੇ, ਮੱਥਾ ਟੇਕਣਾ ਚਾਹੀਦਾ ਉਹਨਾਂ ਨੂੰ। ਤੇ ਜੋ ਦੈਵੀ ਲੋਕ ਇਹ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਵਟ ਆਰ ਦੇ ਡੂਇੰਗ? ਥਿੰਕ ਅਬਾਊਟ ਇਟ। They are making a confession. They are accepting it. We are not the perfect model for ourselves, for our families, for society, and we are accepting it. And what kind of weaknesses we are actually dealing? Let's speak out loud. And what they are saying? Hum avgun bhare ek gun nahi, amrit chhad bikhe bikh khahi. ਸਾਨੂੰ ਕੋਈ ਅੰਮ੍ਰਿਤ ਦੀ ਚੋਇਸ ਦੇ ਤੇ ਅਸੀਂ ਅੰਮ੍ਰਿਤ ਨਹੀਂ ਖਾਵਾਂਗੇ, ਅਸੀਂ ਜ਼ਹਿਰ ਖਾਵਾਂਗੇ। ਤੇ ਇਹ ਗੁਰੂ ਸਿਖਾਉਂਦਾ ਆ। ਜਿੰਨੀ ਦੇਰ ਤੱਕ ਤੁਸੀਂ ਇਸ ਪਹਿਲੀ ਸਟੇਜ ਨੂੰ ਫੋਲੋ ਨਹੀਂ ਕਰੋਗੇ, ਜੇ ਮੈਨੂੰ ਪਤਾ ਹੀ ਨਹੀਂ, ਮੈਂ ਮੰਨ ਹੀ ਨਹੀਂ ਰਿਹਾ ਕਿ ਮੈਨੂੰ ਨਹਾਉਣਾ ਚਾਹੀਦਾ ਹੈ, ਮੇਰੇ ਸਰੀਰ ਨੂੰ ਮੈਲ ਲੱਗੀ ਹੈ, ਤੇ ਮੈਂ ਨਹਾਵਾਂਗਾ ਨਹੀਂ। I won't be able to actually seek any sort of shower or bath or any place where I can actually make some sort of, you can say, ਜਿਹੜੀ ਮੇਰੀ ਆਪਣੀ ਮੇਰੀ ਕਲੀਨਜਿੰਗ ਆ, ਮੈਂ ਉਸ ਨੂੰ ਕਰਨ ਵਾਸਤੇ ਐਫਰਟ ਪਾਵਾਂਗਾ ਨਾ। ਪਹਿਲਾ ਤੇ ਪੜਾਅ ਹੈ ਕਿ ਮੈਨੂੰ ਅੰਡਰਸਟੈਂਡ ਹੋਏ। ਗੁਰੂ ਇਹ ਕਰਾਉਂਦਾ ਆ, ਗੁਰੂ ਬਾਂਹ ਫੜਦਾ, ਗੁਰੂ ਤੋਰਦਾ ਨਾਲ ਨਾਲ। ਗੁਰੂ ਕਹਿੰਦਾ ਕੋਈ ਗੱਲ ਨਹੀਂ, ਕੋਈ ਪਰਫੈਕਟ ਨਹੀਂ ਧਰਤੀ ਦੇ ਉੱਤੇ, ਕਮੀਆਂ ਹੁੰਦੀਆਂ, ਖਾਮੀਆਂ ਹੁੰਦੀਆਂ। ਸਹਿਜ ਸਮਾਧ, ਐਵੇਂ ਥੋੜ੍ਹਾ ਕੋਈ ਤੁਸੀਂ ਕੋਈ ਸਲੀਪਿੰਗ ਪਿਲ ਖਾਧੀ ਤੇ ਇੱਕਦਮ ਮਨ ਸ਼ਾਂਤ ਹੋ ਗਿਆ ਤੇ ਸੋ ਗਏ ਜਾ ਕੇ। ਇਹ ਤਾਂ ਸੁਪਰ ਨੈਚੁਰਲ ਪਾਵਰ ਦੇ ਨਾਲ ਲੋਕੀ ਦੱਸਦੇ। ਕੋਈ ਕਹਿੰਦੇ ਕਿਸੇ ਨੇ ਜਾਦੂ ਕਰਤਾ, ਕਿਸੇ ਨੇ ਇੱਕਦਮ ਜਿਹੜਾ ਹੈਗਾ ਬੜੀ ਮਿਸਟਿਕ ਲੈਵਲ ਦੀ ਚੀਜ਼ ਹੋ ਗਈ, ਕੋਈ ਬੜੀ ਇੱਕ ਮਿਰਾਕਲਸ ਚੀਜ਼। ਭਈ ਮਿਰਾਕਲਸ ਤੇ ਹੈ, ਪਰ ਉਵੇਂ ਨਹੀਂ ਜਿਵੇਂ ਅਸੀਂ ਸੋਚਦੇ ਹਾਂ। ਮੈਂ ਇੱਕ ਦਿਨ ਹੁਣੇ ਬੇਨਤੀ ਕਰ ਰਿਹਾ ਸੀਗਾ, ਬਹੁਤ ਜ਼ਿਆਦਾ ਫਿਲਮੀ ਚੀਜ਼ਾਂ ਵੇਖ ਕੇ, ਹਾਲੀਵੁੱਡ ਬਾਲੀਵੁੱਡ ਟਾਈਪ ਆਫ ਚੀਜ਼ਾਂ ਦੇ ਨਾਲ ਸਾਡੀ ਸੋਚ ਜੁੜ ਜਾਂਦੀ ਵੀ ਐਵੇਂ ਚੀਜ਼ਾਂ ਹੋ ਜਾਣਗੀਆਂ ਇੱਕਦਮ। ਨਹੀਂ, ਇਹ ਚੀਜ਼ਾਂ ਆਪਣੇ ਪੇਸ ਵਿੱਚ ਹੁੰਦੀਆਂ, ਟਾਈਮ ਵਿੱਚ ਹੁੰਦੀਆਂ। ਤੇ ਸਹਿਜ ਸਮਾਧ ਇਹੀ ਹੈ। ਸਹਿਜ ਇੱਕ ਪੇਸ ਹੈ ਨੇਚਰ ਦਾ, ਉਹਦੇ ਵਿੱਚ ਚੀਜ਼ਾਂ ਜਾਣਗੀਆਂ। ਪਰ ਇਹਦੇ 'ਚ ਇਹ ਹੈ ਕਿ ਉਹ ਥੋੜ੍ਹੇ ਥੋੜ੍ਹੇ ਜਿਹੜੇ ਸਿੱਟੇ ਨੇ ਉਹ ਨਿਕਲ ਆਉਣਗੇ। ਮੈਂ ਇੱਕ ਐਗਜ਼ਾਮਪਲ ਕਰਦਾ ਤੁਹਾਡੇ ਸਾਹਮਣੇ, ਕਿਉਂਕਿ ਇਹ ਆਨੰਦ ਸੁੱਖ ਕੌਣ ਨਹੀਂ ਲੈਣਾ ਚਾਹੁੰਦਾ, ਪਰ ਪਤਾ ਤੇ ਲੱਗੇ ਆਨੰਦ ਸੁੱਖ ਖੋ ਕੌਣ ਰਿਹਾ ਸਾਡਾ। ਕਰਤਾਰ ਤੇ ਦੇ ਰਿਹਾ ਆ, ਸਾਡੇ ਮਨ ਵਿੱਚ ਹੀ ਸੁੱਖ ਆ। ਸਾਡੇ ਅਸੀਂ ਬਚਨ ਪੜ੍ਹਦੇ ਹਾਂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਜ਼ਰੂਰ ਪੜ੍ਹਿਆ ਸੁਣਿਆ ਹੋਣਾ ਆਪਨੇ ਇਹ ਰਚਨਾ। ਹੁਣ ਦੀ ਟਰਾਂਸਲੇਸ਼ਨ ਇਹ ਕਰਤੀ ਗਈ, ਸੁਖਮਨੀ ਇੱਕ ਮਣੀ ਹੁੰਦੀ ਹੈ, ਡਾਇਮੰਡ ਕਾਈਂਡ ਆਫ, ਇੱਕ ਜਿਮ ਕਾਈਂਡ ਆਫ ਚੀਜ਼ ਜਿਹੜੀ ਸੁੱਖ ਵਾਲੀ ਹੁੰਦੀ ਹੈ। ਜਦੋਂ ਬਹੁਤ ਡੀਪ ਲੈਵਲ ਦੇ ਸ਼ਬਦ ਕੋਸ਼ ਜਾਓਗੇ ਤਾਂ ਪਤਾ ਲੱਗੇਗਾ ਦੈਟਸ ਨਾਟ ਦਾ ਟਰਾਂਸਲੇਸ਼ਨ। ਟਰਾਂਸਲੇਸ਼ਨ ਇਜ਼ ਸੁਖਮਨੀ, ਸੁਖ ਮਨ ਹੀ, ਸੁਖ ਮਨ ਵਿੱਚ ਆ। ਇਹਦੇ ਤੱਕ ਰਿਸਾਈ, ਇਹਦੇ ਤੱਕ ਪਹੁੰਚ, ਅੰਮ੍ਰਿਤ ਪ੍ਰਭ ਨਾਮ, that can help you। ਭਗਤ ਜਨਾ ਕੈ ਮਨ ਬਿਸਰਾਮ, ਭਗਤ ਜਨ ਇੰਜੋਏ ਕਰਦੇ ਨੂੰ, ਕਿਉਂਕਿ ਨਾਨਕ ਭਗਤਾਂ ਸਦਾ ਵਿਕਾਸ। ਜਦੋਂ ਜਦੋਂ ਮਨ ਬਿਸਰਾਮ, ਉਹ ਸੁੱਖ ਦੇ ਟਿਕਾਣੇ ਸੁਰਤ ਬੈਠ ਕੇ ਜਾ ਕੇ। ਹੁਣ ਇਹ ਸਰਲ ਭਾਵ ਵਿੱਚ ਬੰਦੇ ਨੂੰ ਅਹਿਸਾਸ ਆਵੇ ਤਾਂ ਤੇ ਬਾਤ ਬਣੇ। ਪਰ ਜਿਹੜੀ ਬੇਨਤੀ ਪਹਿਲਾਂ ਕੀਤੀ ਵੀ ਉਹ ਸੁੱਖ ਖੋ ਕੌਣ ਰਿਹਾ ਸਾਡੇ ਤੋਂ। ਚੀਜ਼ਾਂ ਇੱਕ ਦਿਨ 'ਚ ਨਹੀਂ ਵਿਗੜਦੀਆਂ, ਜੀਵਨ ਇੱਕ ਦਿਨ 'ਚ ਨਾ ਦੁਖੀ ਹੁੰਦਾ ਨਾ ਸੁਖੀ ਹੁੰਦਾ। ਇਹਦੇ ਪਿੱਛੇ ਰੂਟਸ ਹੁੰਦੇ ਨੇ। ਜਿਵੇਂ ਕੋਈ ਬੂਟੇ ਪੈਦਾ ਹੁੰਦੇ, ਫਸਲਾਂ ਪੈਦਾ ਹੁੰਦੀਆਂ, ਬਾਬਾ ਜੀ ਕਹਿੰਦੇ ਐਵੇਂ ਹੀ ਚੀਜ਼ਾਂ ਹੁੰਦੀਆਂ। ਉਹਨੂੰ ਸਰਲ ਕਰਕੇ ਬਿਆਨ ਕਰਾਂ ਥੋੜ੍ਹਾ ਐਗਜ਼ਾਮਪਲ ਦੇ ਕੇ। ਮੇਰੇ ਕੋਲ ਇੱਕ ਕੇਸ ਆਇਆ, ਬੱਚਾ, ਪਰਿਵਾਰ ਨੇ, ਫਾਦਰ ਮਦਰ ਨੇ ਬੜੀ ਗਰੀਬੀ ਦੇਖੀ ਆਪਣੇ ਜੀਵਨ ਵਿੱਚ, ਸਟਰਗਲ ਕੀਤੀ, ਕੈਨੇਡਾ ਪਹੁੰਚੇ। ਮਿਹਨਤੀ ਲੋਕ ਸੀਗੇ, ਮਿਹਨਤ ਕੀਤੀ, ਮਿਹਨਤ ਨੂੰ ਫਲ ਲੱਗਾ। ਸਮਹਾਓ they got very prosper picture in very actually short period of time.
ਉਹਨਾਂ ਸੋਚਿਆ ਕਿ ਆਪਾਂ ਤਾਂ ਦੇਖੋ ਬੜਾ ਡਿਪਰੀਵਿੰਗ ਵਿੱਚ ਬੜੀ ਜਿਹੜੀ ਹੈ ਚੀਜ਼ਾਂ ਦੀ ਕਮੀ ਖਾਮੀ 'ਚੋਂ ਲੰਘੇ, ਬੱਚਿਆਂ ਨੂੰ ਨਹੀਂ ਲੰਘਣ ਦਿਆਂਗੇ। ਜੇ ਬੱਚੇ ਨੇ ਇੱਕ ਚੀਜ਼ ਮੰਗੀ ਤੇ ਦੋ ਲਿਆ ਕੇ ਦਿੱਤੀਆਂ, ਤੇ ਬਲਕਿ ਕਿਹਾ ਵੀ ਇੰਜੋਏ ਯੋਰ ਲਾਈਫ ਜਿੰਨੀ ਹੋ ਸਕੇ। ਠੀਕ ਹੈ ਜੀ, ਹੁਣ ਮਨ ਤੇ ਚਾਹੁੰਦਾ ਹੀ ਇਸ ਕਿਸਮ ਦੇ ਨਾਲ। ਬੜੀ ਅਰਲੀ ਏਜ ਦੇ ਵਿੱਚ ਮਹਿੰਗੀਆਂ ਕਾਰਾਂ, ਗੱਡੀਆਂ, ਰਹਿਣ ਸਹਿਣ ਸਭ। ਹੁਣ ਬੱਚੇ ਨੂੰ ਲੱਗਾ ਕਿ ਓਕੇ ਸਾਰਾ ਕੁਛ ਤੇ ਹੈਗਾ ਆ। 16 ਸਾਲ ਦੀ ਉਮਰ 'ਚ ਬੱਚਾ ਲੈਂਬਰਗੀ ਡਰਾਈਵ ਕਰ ਰਿਹਾ, ਤੇ ਉਹ ਕਹੇਗਾ ਵੀ ਪੜ੍ਹ ਕੇ ਕੀ ਕਰਨਾ ਹੈ। ਆਲਰੇਡੀ ਪੜ੍ਹ ਕੇ ਮਨੀ ਕਮਾਉਣੀ ਹੈ, ਮਨੀ ਤਾਂ ਆਲਰੇਡੀ ਹੈਗੀ ਹੈ, ਸਟੇਟਸ ਵੀ ਹੈਗਾ ਆ। ਸੋ ਵਟ ਐਲਸ, ਲੈਟਸ ਇੰਜੋਏ ਸਮਥਿੰਗ ਐਲਸ। ਫਿਰ ਉਹ ਥੋੜ੍ਹਾ ਬਹੁਤਾ ਇਹੋ ਜਿਹੇ ਜਿਹਦੇ ਕੋਲ ਪੈਸਾ ਹੈਗਾ ਆ। ਅਸੀਂ ਤਾਂ ਜਿਹੜੇ ਬੱਚੇ ਨਸ਼ਾ ਵੇਚਦੇ ਨੇ, ਖਾਸ ਕਰਕੇ ਇਲਿਸਿਟ ਸਟਰੀਟ ਡਰੱਗ ਡੀਲਰ ਜਿਹਨਾਂ ਨੂੰ ਕਹਿੰਦੇ ਲੋਕ ਕਈ ਵਾਰੀ, ਇਹ ਟਰਮਨੋਲੋਜੀ ਬਹੁਤੀ ਚੰਗੀ ਨਹੀਂ ਹੈ, ਪਰ ਵਿਚਾਰੇ ਤੇ ਉਹ ਸਟਰੀਟ ਸਮਾਰਟ ਬੱਚੇ ਹੁੰਦੇ ਨੇ ਕਾਫੀ, ਜਿਹੜੇ ਇਹੋ ਜਿਹੇ ਕੰਮ ਕਰਦੇ ਨੇ। ਅਸੀਂ ਕਈ ਵਾਰੀ ਉਹਨਾਂ ਨੇ ਇੰਟਰਵਿਊ ਕੀਤਾ ਡਿਊਰਿੰਗ ਦਾ ਐਡਿਕਸ਼ਨ ਕਾਉਂਸਲਿੰਗ, ਵੱਖਰੇ ਵੱਖਰੀ ਪ੍ਰੋਗਰਾਮਸ ਦੇ ਵਿੱਚ ਕਈ ਵਾਰੀ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ। ਤੇ ਅਸੀਂ ਕਿਹਾ ਵੀ ਤੁਹਾਨੂੰ ਡਰ ਨਹੀਂ ਲੱਗਦਾ, ਤੁਸੀਂ ਇਸ ਤਰੀਕੇ ਨੂੰ ਉਹਨਾਂ ਦੱਸਿਆ ਵੀ ਹਾਂ ਡਰ ਤੇ ਲੱਗਦਾ, ਪਰ ਕਈ ਵਾਰੀ ਅਸੀਂ ਤੇ ਸੰਭਾਲ ਲੈਂਦੇ ਹਾਂ ਸਿਚੁਏਸ਼ਨ। ਅੱਛਾ, ਤੁਹਾਨੂੰ ਪਤਾ ਕਿਵੇਂ ਲੱਗਦਾ ਵੀ ਕਿਸ ਬੱਚੇ ਨੂੰ ਤੁਸੀਂ ਸਮਾਨ ਵੇਚੋਗੇ ਸਕੂਲ ਦੇ ਵਿੱਚ? ਉਹ ਕਹਿੰਦੇ ਵੀ ਅਸੀਂ ਇਹ ਵੇਖਦੇ ਹਾਂ ਕਿ ਓਕੇ ਬੱਚੇ ਦੇ ਕੱਪੜੇ ਕਿਵੇਂ ਦੇ ਨੇ, ਤੇ ਮਹਿੰਗੇ ਸ਼ੂਜ਼ ਪਾਏ ਨੇ, ਇਹ ਖਰੀਦ ਸਕਦਾ, ਇਹਨੂੰ ਟਾਰਗੇਟ ਕਰਦੇ ਹਾਂ। ਬ੍ਰਾਂਡਡ ਕਲੋਥਿੰਗ ਹੈ, ਹਰ ਰੋਜ਼ ਨਵੀਂ ਕਲੋਥਿੰਗ ਹੈ, ਦੈਟ ਵੁੱਡ ਬੀ ਆਵਰ ਟਾਰਗੇਟ। ਜਿਹਦੇ ਕੋਲ ਆਪਣੇ ਕੋਲ ਹੀ ਚੰਗਾ ਸਕੂਲ ਪਾਉਣ ਵਾਸਤੇ ਬੈਗ ਨਹੀਂ ਹੈਗਾ, ਉਹ ਸਾਡਾ ਸਮਾਨ ਕਿੱਥੇ ਖਰੀਦੇਗਾ? ਵੀ ਨੈਵਰ ਐਕਚੁਅਲੀ ਟਰਾਈ ਟੂ ਹੰਟ ਦਿਸ ਕਾਈਂਡ ਆਫ ਕਿਡਸ। ਨੋ ਨੋ, ਸਾਡੇ ਵਾਸਤੇ ਜਿਹੜੇ ਸਾਡੇ ਪ੍ਰੇਜ਼ ਹੈਗੇ ਨੇ ਉਹ ਇਹ ਨੇ, ਇਹਨਾਂ ਨੂੰ ਅਸੀਂ ਹੰਟ ਕਰਦੇ ਹਾਂ। ਜਿਨ੍ਹਾਂ ਕੋਲ ਮਹਿੰਗੇ ਕੱਪੜੇ ਨੇ, ਜਿਹਦੇ ਕੋਲ ਮਹਿੰਗੀ ਗੱਡੀ ਹੈਗੀ, ਤੁਹਾਨੂੰ ਕਿਉਂ ਨਹੀਂ ਕੋਈ ਹੰਟ ਕਰੇਗਾ? ਡੈਫੀਨੇਟਲੀ ਆਲੇ ਦੁਆਲੇ ਲੋਕਾਂ ਨੇ ਉਹਨੂੰ ਕਿਹਾ ਹੋਣਾ ਵੀ ਲੈ ਤੂੰ give me $50, I will give you something, you're gonna feel high. ਅੱਛਾ, let's try it. ਉਹ ਹਾਈ ਫੀਲ ਕਰਦਾ ਕਰਦਾ ਬੜੀ ਯੰਗ ਏਜ 'ਚ ਨਸ਼ਿਆਂ ਦੇ ਕਰਕੇ ਚਲਾ ਗਿਆ। ਹੁਣ ਹਾਲਤ ਇਹ ਹੈ ਕਿ ਉਹ ਕਹਿੰਦਾ ਕਿ ਮੈਨੂੰ ਮੈਂ ਤੁਹਾਡੀ ਗੱਲ ਮੰਨ ਲਵਾਂਗਾ, ਪਰ ਮੈਨੂੰ ਆਹ ਚੀਜ਼ ਲਿਆ ਕੇ ਦਿਓ। ਉਹ ਕਹਿੰਦੇ ਹਾਂ ਲਿਆ ਦੇਣੇ, ਕੋਈ ਗੱਲ ਨਹੀਂ, ਬਸ ਤੂੰ ਮੂੰਹ ਕੱਢਿਆ ਮਿਲ ਜੇਗੀ, ਤੂੰ ਨਸ਼ਾ ਛੱਡ ਦੇਂਗਾ? ਹਾਂ ਛੱਡ, ਨਸ਼ੇ ਵਾਲੀ ਕਿਹੜੀ ਗੱਲ ਆ, ਮੈਂ ਕਰਾਂਗਾ ਹੀ ਨਹੀਂ। ਉਹ ਚੀਜ਼ ਵੀ ਮਿਲ ਗਈ, ਨਸ਼ਾ ਵੀ ਕਰ ਲਿਆ, ਉਹੀ ਗਿਆ ਕੰਮ ਵਿਗੜਦਾ ਵਿਗੜਦਾ। ਹੁਣ ਹਾਲਤ ਇਹ ਹੈ ਕਿ ਕਿਤੇ ਵੀ ਸੁਧਾਰ ਦੀ ਉਮੀਦ ਨਹੀਂ ਹੈਗੀ। ਘਰਦਿਆਂ ਨੇ ਜਿਵੇਂ ਕਦੀ ਲੈਂਬਰਗੀ ਲਿਆ ਕੇ ਦਿੱਤੀ, ਜਿਵੇਂ ਦੂਜੀਆਂ ਚੀਜ਼ਾਂ ਲਿਆ ਕੇ ਦਿੱਤੀਆਂ, ਉਵੇਂ ਇੱਕ ਵਾਈਫ ਵੀ ਲਿਆ ਕੇ ਦੇ ਦਿੱਤੀ। ਦੇ ਆਰ ਇਹੋ ਜਿਹੀ ਇਸ ਸਮਾਜਿਕ ਹਾਲਤ ਆ। ਹੁਣ ਉਹਦੇ ਵਿੱਚ ਹੋਇਆ ਇਹ ਕਿ ਬੱਚੇ ਵੀ ਆ ਗਏ, ਦੇ ਆਰ ਆਲਸੋ ਸਫਰਿੰਗ। ਹੁਣ ਇਹ ਸਾਰੇ ਸਮੇਂ ਦੇ ਵਿੱਚੋਂ ਉਹ ਲੰਘ ਰਿਹਾ, ਤੇ ਪੇਰੈਂਟਸ ਮੈਨੂੰ ਕਾਲ ਕਰਦੇ, ਭਾਈ ਸਾਹਿਬ ਹੈਲਪ ਚਾਹੀਦੀ ਹੈ। ਮੈਂ ਕਿਹਾ ਜੀ ਵੇਟ ਕਰੋ, ਅਜੇ ਟਾਈਮ ਨਹੀਂ ਹੈਗਾ। ਨਹੀਂ ਵੇਟ ਦਾ ਟਾਈਮ ਨਹੀਂ ਹੈਗਾ। ਸਹਿਜ ਨੂੰ ਪਕੜਨ, ਇੱਥੋਂ ਹੀ ਤਾਂ ਸਾਰੀ ਮੁਸ਼ਕਿਲ ਆ ਰਹੀ ਹੈ। ਆਈਦਰ ਵੀ ਆਰ ਟੋਟਲੀ ਪੈਸਿਵ, we are letting happen these actually kind of mess in our beloved ones' lives. Otherwise we're so aggressive, we really want to fix it right now. ਐਵੇਂ ਕਿਵੇਂ ਹੋਏਗਾ? ਮਦਰ ਨੇਚਰ ਦਾ ਲਾ ਆ, ਚੀਜ਼ਾਂ ਵਿਗੜਨ ਤੇ ਵੀ ਟਾਈਮ ਲੈਂਦੀਆਂ, ਸਵਰਨ ਤੇ ਵੀ ਟਾਈਮ ਲੈਂਦੀਆਂ। ਅੱਛਾ, ਅਸੀਂ ਚਾਹੁੰਦੇ ਹਾਂ ਹੈਲਪ। ਮੈਂ ਕਿਹਾ ਹੈਲਪ ਤੇ ਦੇ ਰਿਹਾ ਤੁਹਾਨੂੰ ਇਹ ਦੱਸ ਰਿਹਾ, ਪੇਸ਼ੈਂਸ ਦੀ ਐਕਸਰਸਾਈਜ਼ ਕਰੋ, ਸ਼ੁਰੂ ਕਰੋ ਹੁਣ ਤੋਂ। ਬਹੁਤ ਔਖਾ ਆ, ਬਹੁਤ ਔਖਾ ਹੈ। ਠੀਕ ਹੈ, ਚਲੋ ਕੋਈ ਨਾ, ਆ ਜਾਓ। ਅੱਛਾ, ਗੱਲਬਾਤ ਸੁਣੀ ਸਾਰੀ। ਅੱਛਾ, ਹੁਣ ਦੱਸੋ ਕੀ ਕੀਤਾ ਜਾਏ? ਮੈਂ ਕਿਹਾ ਕੋਈ ਨਾ, ਬੇਟੇ ਨੂੰ ਮਿਲਦਾ, ਉਹਦੀ ਸਾਰੀ ਕਹਾਣੀ ਸੁਣੀ, ਸਭ ਕੁਝ ਸੁਣਿਆ। ਉਹ ਕਿ ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਇੱਕ ਪ੍ਰੋਗਰਾਮ ਬਣਾਉਂਦੇ ਹਾਂ ਤੇਰੇ ਵਾਸਤੇ। ਪ੍ਰੋਗਰਾਮ ਇਹ ਹੈ ਕਿ ਬੱਚੇ ਤੇਰੇ ਸਕੂਲ ਜਾਂਦੇ ਨੇ? ਕਹਿੰਦੇ ਹਾਂ ਜਾਂਦੇ ਨੇ। ਠੀਕ ਹੈ, ਤੂੰ ਮੈਂ ਉਹਨਾਂ ਤੋਂ ਦੂਰ ਰਹਿਣਾ ਕਿਉਂਕਿ ਮੇਰਾ ਬਿਹੇਵੀਅਰ ਗਲਤ ਹੈ। ਵਾਈਫ ਕਹਿੰਦੀ ਬੱਚਿਆਂ 'ਤੇ ਗਲਤ ਪ੍ਰਭਾਵ ਪੈ ਜਾਏਗਾ, ਸੋ ਯੂ ਆਰ ਨੋਟ ਅਲਾਊਡ ਟੂ ਕਮ ਹੋਮ ਔਰ ਸਟੇ ਹੋਮ। ਐਕਚੁਅਲੀ ਯੂ ਕੈਨ ਕਮ ਬਟ ਯੂ ਕੈਨ ਨੋਟ ਸਟੇ ਵਿਦ ਅਸ। ਠੀਕ ਹੈ ਜੀ। ਉਹ ਕਿ ਆਪਾਂ ਇੱਕ ਕੰਮ ਕਰੀਏ, ਤੂੰ ਜੋ ਖਾ ਪੀ ਰਿਹਾ ਕਰ ਰਿਹਾ ਉਹਦੇ 'ਤੇ ਵੀ ਆਪਾਂ ਕੰਮ ਕਰਾਂਗੇ, ਪਰ ਆਪਾਂ ਹੁਣ ਥੋੜ੍ਹੇ ਜਿਹੇ ਇੱਕ ਟਾਸਕ ਤੈਨੂੰ ਦਿੰਦੇ ਹਾਂ। ਆਰ ਯੂ ਏਬਲ ਟੂ ਫੁਲਫਿਲ? ਉਹ ਭਾਈ ਸਾਹਿਬ, ਇਫ ਯੂ ਆਰ ਨੋਟ ਸੇਇੰਗ ਮੀ ਰਾਈਟ ਵੇ ਟੂ ਐਕਚੁਅਲੀ
जस्ट कम आउट ऑफ ड्रग यूजेज एंड ऑल दैट, आई एम हैप्पी टू डू एनीथिंग। ठीक है भाई, कर देंगे, कोई गल नहीं। इस तरह है कि तू ना सवेरे हर रोज़ घरे जाना है, वाइफ नूं दस देना है कि उन्हें जो काम कर रही है, जो वो अपनी काम ते फोकस करे सब कुछ। तू सवेरे जाएगा घर दे विच, भावें रात नहीं रह रहा घर, कोई गल नहीं, तो बजा के बच्चों नूं तैयार करेगा। तू बच्चों नूं तैयार करके उन्होंने स्कूले छड्डेगा रूटीन दे विच। जे तू 5 दिन नहीं कर सकता, 2 दिन कर लै, 3 दिन कर लै, इस तरीके दे नाल वो रेडी हो गया, दैट्स गुड, ठीक है जी, गल बन गई। वो करन लग गया तो मन गया करन वास्ते। वो पेरेंट्स मुड़ के कहते भाई साहब किहड़ियां गल्लां करदे हो तुसीं, असीं इहनूं नशा छडाउणा आ, तुसीं किसी होर कम्मे लाता इहनूं। हालांकि सच ये सीगे कि उन्होंने एक रिस्पोंसिबिलिटी दे के, रिस्पोंसिबिलिटी फुलफिल कराउंदियां होया ਉਹਦੇ जीवन ਦੇ एक चेंज आना सी। पर यह सहज धारा आया, कौन फॉलो करे? आप हैरान होवोगे, जिड्डे वधिया तरीके का प्रोग्राम सीगा, विद इन 2 or 3 years ही इज गोना बी रियली गुड पेरेंट। बंदा जो अपनी आइडेंटिटी वेखदा ना कि मैं की हाँ, हुण तो आइडेंटिटी है मैं नशेड़ी हाँ, तो नशेड़ी की आइडेंटिटी है ही ऑलरेडी, तो की फर्क पैंदा, नशा खाई जाओ। जदों आइडेंटिटी ये बन गई भी मैं पेरेंट हाँ, तो पेरेंट तो नशे वाला नहीं होना चाहिए ना, क्योंकि पेरेंट तो बच्चा की कहेगा मैंने, बच्चा रोज कहता नाम डैड आई लव यू, आई डोंट वांट टू मिस यू, व्हाई आर यू एक्चुअली किलिंग योरसेल्फ, ओह रियली आई कैन नॉट डू दैट। इत्थों चेंजेस आउंदे ने, ये एक्चुअली सही रूप है तब्दीली। गुरु ये रूप सिखाउंदा आ, गुरु ने समझा दिता ये सारे लोग रब दे लोग ने, जो जुल्म सह रहे ने, जो जुल्म कर रहे ने, इन्हां सारियां नूं असीं बदलना आ, असीं आप बदलना आ, इन्हां नूं जीवन जी के विखाउणा आ। असीं मान हुंदे होए निमाणा किवें रहना है, इन्हां नूं जी के सिखाउणा है। जे फिर भी ना लर्न करन, फिर असीं इस सिस्टम नूं चेंज करना आ। गुरु एवें तब्दीली लैके आया, ये गुरु एक गिफ्ट देंदा आ। गुरु इस तरह वरतदा, वो सहज समाध आनंद सूख। फिर आनंदपुर सिर्फ एक धरती ते वसी हुई नगरी नहीं है, ये एक सिंबॉलिक, ਇਹਦੀ ਇੱਕ ਸਿਗਨੀਫਿਕੇਸ਼ਨ ਆ, ਇਹ ਸਾਡੇ ਮਨ ਮੰਡਲ ਚ ਵਸਣੀ ਆ ਕੇ। ਬਾਬਾ ਰਵਿਦਾਸ ਜੀ ਦੇ ਸ਼ਬਦ ਥੋੜਾ ਨੇ, ਬੇਗਮਪੁਰਾ ਸ਼ਹਿਰ ਕੋ ਨਾਉ, ਇਹ ਬਾਹਰ ਧਰਤੀ ਤੇ ਥੋੜਾ ਕੋਈ ਬੇਗਮਪੁਰਾ ਉਸ ਰੂਪ ਦੇ ਵਿੱਚ, ਜੇ ਹੋਏ ਤੇ ਫਿਰ ਅਮਰੀਕਾ ਬੇਗਮਪੁਰਾ ਹੋਏ, ਕੈਨੇਡਾ ਬੇਗਮਪੁਰਾ ਹੋਏ। they have power, they have money, they have resources, they have education, everything. What is lacking here? Nothing. कंपैरेटिवली तो हर चीज ही मौजूद है इत्थे। आप देखो ना, 7 ਵਜੇ ने संडे का दिन आ, तुसीं गुरुद्वारा साहब तो बाहर निकलो, किहड़ी चीज़ है जिहड़ी तुसीं बाय नहीं कर सकते, खाण लई, पीण लई, रहण लई, होर सुख की लभदे आ? बाहर स्नो पई हुंदी है 5-5 फुट, तो स्टोर के अंदर तुहानूं खरबूजे भी खाण नूं मिल रहे हुंदे ने, तुहानूं वाटरमेलन भी मिल रहा होंदा, स्ट्राबेरीज भी मिल रही होंदी, हर चीज़। वट एल्स? कुछ बंदा ये तो नहीं कह सकता भाई कुछ ना खाण नूं जी करदा सी पर है नहीं। वट, एवरीथिंग इज अवेलेबल। पर फिर भी जिहड़ी चीज़ तब्दीली ते मन मंडल दी है, जिहदे च वकार बैठे ने, जिहदे च गुनाह बैठे ने, जिहदे च अंदर एक खिज बैठी है, सब चीज़ां गुरु जाच सिखाउंदा ते बदल देंदा, तो बदल के उत्थे लै आउंदा जिथे जाके बंदे नूं वाकई च कली बाहर की लोड़ नहीं, अंदर असल लोड़ अपनी पूरी करन दी जाच आ जाती। इसनूं साहब ने कहा, सहज समाध आनंद सुख पूरे गुरदीन, सदा सहाई संग प्रभ अमृत गुण चीन। सदा सहाई संग प्रभ, ते जिहड़ा प्रभु है वो साडा वैरी तो है ही नहीं, कुछ भी साडा दुश्मन नहीं हैगा। सब कासे नूं कुदरत ने सानूं सपोर्ट करने वास्ते पैदा किया है। पर जे असीं आप ही अपनी सपोर्ट नहीं करांगे, साडियां अखां नूं जो पढ़ना चाहिए अखां ही सपोर्ट नहीं करदियां, कन्नां नूं जो सुनना चाहिए वही सपोर्ट नहीं करते,
ਮੂੰਹ ਨੂੰ ਜੋ ਬੋਲਣਾ ਚਾਹੀਦਾ ਉਹ ਸਪੋਰਟ ਨਹੀਂ ਕਰਦਾ, ਚਿੱਤ ਨੂੰ ਜੋ ਸੋਚਣਾ ਚਾਹੀਦਾ ਉਹ ਸਪੋਰਟ ਨਹੀਂ ਕਰਦਾ, ਬਾਹਰੋਂ ਸਪੋਰਟ ਕੀ ਮਿਲੇਗੀ? ਖਾਕ, ਕੁਛ ਵੀ ਨਹੀਂ, ਆਪਣੀ ਸਪੋਰਟ ਹੀ ਨਹੀਂ ਹੈ। ਤੇ ਇੱਥੇ ਸਾਹਿਬ ਨੇ ਕਿਹਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ, ਪਰ ਹੋਏਗਾ ਉਦੋਂ ਜਦੋਂ ਅੰਮ੍ਰਿਤਮਈ ਗੁਣ ਚੀਨ, ਉਹਨਾਂ ਨੂੰ ਚਿਣਨਾ। ਤੇ ਲਫ਼ਜ਼ ਪਿਆਰਾ ਪੰਜਾਬੀ ਦਾ ਲਫ਼ਜ਼ ਹੈ, ਆਪਾਂ ਸਮਝਦੇ ਹਾਂ, ਤੁਸੀਂ ਜੋ ਚੀਜ਼ਾਂ ਨੂੰ ਚਿਣਨ ਲੱਗ ਜਾਂਦੇ ਹੋ। ਜਿਵੇਂ ਇਹ ਗੱਲ ਕਹੀ ਜਾਂਦੀ ਹੈ, ਜਿਹਨਾਂ ਲੋਕਾਂ ਨੂੰ ਚਿਣਨ ਦੀ ਜਾਚ ਆ ਜਾਏ ਨਾ ਕਿਸੇ ਚੀਜ਼ ਵਿੱਚ ਵੀ, ਤੇ ਫਿਰ ਉਹ ਚਿਣਦੇ ਲੱਗੇ ਜਾਂਦੇ ਨੇ। ਆਪੋ ਆਪਣੀ ਚੇਟਕ ਆ, ਕਈ ਲੋਕਾਂ ਨੂੰ ਇਹੋ ਜਿਹੀ ਚੇਟਕ ਲੱਗ ਜਾਂਦੀ ਹੈ 2-3 ਸਾਲਾਂ ਦੇ ਵਿੱਚ ਥੋੜ੍ਹੀ ਬਹੁਤੀ ਸੇਵਿੰਗ ਕਰਾ ਕੇ ਫੜਾ ਕੇ ਇੱਕ ਅੱਧੀ ਪ੍ਰੋਪਰਟੀ ਬਾਏ ਕਰ ਲੈਂਦੇ ਨੇ। ਬਸ 2-3 ਸਾਲਾਂ ਬਾਅਦ ਫਿਰ ਉਨੀ ਕੁ ਮਨੀ ਉਹਨੂੰ ਲੱਭ ਜਾਂਦੀ, ਫਿਰ ਇੱਕ ਦੂਜੀ ਕਰ ਲੈਂਦੇ ਨੇ, ਫਿਰ ਤੀਜੀ ਕਰ ਲੈਂਦੇ ਨੇ, ਫਿਰ 5-7 ਸਾਲਾਂ 'ਚ ਇੱਕ ਹੋਰ ਕਰ ਲੈਂਦੇ ਨੇ। ਲੋਕ ਬਈ ਇਹ ਹੁਣ ਚਿੜਨ ਲੱਗ ਗਏ ਨੇ। ਐਕਚੁਅਲੀ ਇਹ ਚੀਜ਼ ਹੁੰਦੀ ਹੈ, ਇਹ ਗੁਣਾਂ ਦੇ ਪੱਖ ਤੋਂ ਵੀ ਹੈ। ਇਕੱਲੀ ਅਸੀਂ ਸਿਰਫ ਇੱਕ ਸਟੇਟ ਬਾਇੰਗ ਜਾਂ ਵੈਲਥ ਜਨਰੇਟਿੰਗ ਫਾਰਮੂਲੇ 'ਚ ਨਹੀਂ, ਇਹ ਜੀਵਨ ਬਣਾਉਣ 'ਚ ਵੀ ਹੈ। ਜਦੋਂ ਬੰਦੇ ਨੂੰ ਪਤਾ ਲੱਗ ਜਾਏ ਨਾ ਵੀ ਮੈਂ ਆਪਣੇ ਆਪ ਨੂੰ ਬਦਲ ਸਕਦਾ, ਮੈਂ ਚੰਗਿਆਈਆਂ ਅੱਛਾਈਆਂ ਅਪਣਾ ਸਕਦਾ, ਅਪਣਾਉਣ ਲੱਗ ਜਾਂਦਾ ਉਹ। ਸਭ ਕਹਿੰਦੇ ਅੰਮ੍ਰਿਤ ਗੁਣ ਚੀਨ ਰਹਾਓ, ਜੈ ਜੈਕਾਰ ਜਗਤਰ ਮੈਂ। ਗੁਣਾਂ ਦੀ ਜੈ ਜੈਕਾਰ ਹੈ, ਗੁਣਾਂ ਦਾ ਕੋਈ ਤਿਰਸਕਾਰ ਨਹੀਂ। ਜਿੱਥੇ ਮਰਜ਼ੀ ਚਲੇ ਜਾਓ ਤੁਸੀਂ, ਗੁਣ ਹੀ ਸਰਬੁਲੰਦ ਨੇ। ਜਿਹੜੀ ਧਰਤੀ ਤੇ ਗਲੋਰੀ ਹੈ ਉਹ ਵਰਚੂਸ ਦੀ ਹੈ, ਉਹ ਕੁਆਲਿਟੀਫੁਲ ਲਿਵਿੰਗ ਦੀ ਹੈ, ਉਹ ਕੁਆਲਿਟੀਫੁਲ ਕਰੈਕਟਰ ਦੀ ਹੈ, ਉਹ ਹਾਇਰ ਕੈਲੀਬਰ ਦੀ ਹੈ। ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆਂ। ਤੇ ਜਿਨ੍ਹਾਂ ਦੇ ਕੋਲ ਗੁਣ ਹੋਣਗੇ ਉਹਨਾਂ ਨੂੰ ਹਰ ਕੋਈ ਮਿਲਣਾ ਵੀ ਲੋਚੇਗਾ। ਇਹ ਵੀ ਚੇਤੇ ਰੱਖਿਆ ਜੀ। ਜਿੱਥੇ ਗੁਣਾਂ ਦੀ ਕਮੀ ਹੈ ਉੱਥੇ ਹੀ ਬੰਦਾ ਕਹਿੰਦਾ ਵੀ ਨਹੀਂ ਮੈਂ ਨਾ ਹੀ ਕਿਉਂ ਲਿਆ ਤੂੰ ਦਾ। ਜਿੱਥੇ ਗੁਣ ਵਧਣਗੇ ਉੱਥੇ ਹਰ ਕੋਈ ਚਾਹੇਗਾ ਮਿਲਣਾ, ਹਰ ਕੋਈ ਖੁਸ਼। ਇਹੀ ਤਾਂ ਜੀਵਨ ਆ। ਇੱਥੇ ਫਿਰ ਬੰਦੇ ਦੀ ਆਪਣੀ ਵੈਲਿਊ ਵੱਧਦੀ, ਅਸਲ ਜੋ ਗੁਣਾਂ ਕਰਕੇ ਵੈਲਿਊ ਵੱਧਦੀ ਹੈ। ਅਗਲਾ ਬਚਨ ਆ, ਸੁਪ੍ਰਸੰਨ ਭਏ ਗੁਰਦੇਵ ਸਤਿਗੁਰੂ, ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਵਿਘਨ ਨਾ ਥੀਆ। ਤੇ ਜਦੋਂ ਸਤਿਗੁਰੂ ਸੁਪ੍ਰਸੰਨ ਹੋ ਗਿਆ ਨਾ, ਫਿਰ ਇਹਨਾਂ ਚੀਜ਼ਾਂ ਨੂੰ ਕਮਾਉਣ ਵਿੱਚ ਕੋਈ ਵਿਘਨ ਵੀ ਨਹੀਂ। ਬੰਦਾ ਕਹਿੰਦਾ ਵੀ ਭਾਈ ਕਮਾਉਣਾ ਐਵੇਂ ਦਾ ਹੋਣਾ ਤੇ ਚਾਹੁੰਦਾ, ਪਰ ਵਿਘਨ ਬਹੁਤ ਹੈ, ਹਰਡਲ ਬਹੁਤ ਨੇ। ਹਰਡਲ ਤੇ ਆਪਣੀਆਂ ਆਦਤਾਂ ਹੀ ਨੇ, ਆਪਣੀਆਂ ਸੋਚਾਂ ਹੀ ਨੇ, ਆਪਣੇ ਖਿਆਲ ਹੀ ਨੇ। ਆਪਣੇ ਆਪ ਤੇ ਕੰਮ ਕਰਨ ਦੀ ਲੋੜ ਆ। ਬਾਬਾ ਜੀ ਕਹਿੰਦੇ ਫਿਰ ਵਿਘਨ ਹਟ ਜਾਂਦੇ। ਅਗਲੀਆਂ ਲਾਈਨਾਂ ਨੇ, ਜਾਂ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ। ਤਾਂ ਕੇ ਸਭ ਦਾਸ, ਇੱਥੇ ਮਨੁੱਖਤਾ ਨੂੰ ਸਲੇਵ ਬਣਾਉਣ ਦੀ ਗੱਲ ਨਹੀਂ ਹੈ ਕਿ ਉਹਦੇ ਸਾਰੇ ਦਾਸ ਬਣ ਗਏ ਸਾਰੇ ਦੇ ਸਾਰੇ। ਇੱਥੇ ਜਾਂ ਕਾ ਅੰਗ ਦਿਆਲ ਪ੍ਰਭ, ਜਿਹਦਾ ਅਸੀਂ ਪੰਜਾਬੀ ਲੈਂਗੁਏਜ 'ਚ ਕਹਿੰਦੇ ਹਾਂ, ਲੈ ਤੂੰ ਮੈਨੂੰ ਕਹਿਣਾ ਕਿ ਆਹ ਚੀਜ਼ ਖਰੀਦ ਲੈ, ਆ ਇੰਨਾ ਖਰਚਾ ਕਰ ਦੇ, ਲੈ ਸਾਡੀ ਕੀ ਕੰਧ ਲੱਗਦੀ ਹੈ ਟਾਟਿਆਂ ਦੇ ਨਾਲ। ਯੂ ਨੋ ਸਮ ਟਾਈਮ ਵੀ ਹੈਵ ਦਿਸ ਕਾਈਂਡ ਆਫ ਟਾਕ। ਮਤਲਬ ਅਸੀਂ ਕੋਈ ਰਿਸ਼ਤੇਦਾਰ ਆ ਉਹਨਾਂ ਦੇ, ਅੰਗ ਰਿਸ਼ਤੇਦਾਰ ਹੋਣਾ, ਸਾਂਝ ਹੋਣੀ ਹੁੰਦੀ ਹੈ। ਇੱਥੇ ਕਿਹਾ ਜਾਂ ਕਾ ਅੰਗ ਦਿਆਲ ਪ੍ਰਭ, ਜਿਹਦਾ ਅੰਗ ਹੀ ਦਿਆਲ ਨਾਲ ਜੁੜ ਗਿਆ, ਜਿਹਦਾ ਨਾਤੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਗਿਆ ਚਿੱਤ ਕਰਕੇ, ਸੋਚ ਕਰਕੇ। ਤਾਂ ਕਿ ਸਭ ਦਾਸ, ਉਹਦੇ ਸਭ ਦਾਸ ਹੋ ਗਏ। ਇਹਦੇ 10 ਮਨੁੱਖਤਾ ਦੀ ਗੱਲ ਨਹੀਂ ਹੋ ਰਹੀ, ਗੁਣਾਂ ਦੀ ਗੱਲ ਹੋ ਰਹੀ ਹੈ। ਉਹਦੇ ਜੀਵਨ ਵਿੱਚ ਗੁਣ ਦਾਸ ਬਣ ਗਏ, ਉਹਦੇ ਜੀਵਨ ਵਿੱਚ ਗੁਣ ਆ ਗਏ, ਉਸ ਨੂੰ ਵਡਿਆਉਣ ਯੋਗ ਜੀਵਨ ਕਮਾਉਣ ਦੀ ਜਾਚ ਆ ਗਈ। ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਇਹ ਨਾਨਕ ਗੁਰੂ ਦੇ ਕੋਲ ਸਦਾ ਹੀ ਵਡਿਆਈਆਂ ਨੇ, ਕੱਲ੍ਹ ਵੀ ਸੀ, ਅੱਜ ਵੀ ਆਉਣਗੇ, ਅੱਜ ਵੀ ਨੇ, ਆਉਂਦੇ ਕੱਲ੍ਹ ਵੀ ਹੋਣਗੀਆਂ। ਬਸ ਗੁਰੂ ਨਾਲ ਸਾਂਝ ਵਧਾਓ, ਗੁਰੂ ਦੇ ਆਸ਼ੇ ਮੁਤਾਬਕ ਮਨ ਦੀ ਦੁਨੀਆ, ਸੋਚਾਂ ਦੀ ਦੁਨੀਆ ਬਣਾਓ। ਗੁਰੂ ਹਰ ਚੀਜ਼ ਨਵਾਜਣ ਲਈ ਤਿਆਰ ਹੈ। ਸਾਹਿਬ ਰਹਿਮਤ ਕਰਨ, ਇਹਨਾਂ ਵਾਕਾਂ ਦੀ ਪ੍ਰੇਰਨਾ ਸਾਡੇ ਮਨ ਮੰਡਲ ਦਾ ਸਾਥੀ ਬਣੇ। ਇਹ ਦਿਲੀ ਅਰਦਾਸ ਆ। ਅਰਦਾਸ ਆ ਉਹਨਾਂ ਵੀਰਾਂ ਭੈਣਾਂ ਲਈ ਜੋ ਕਿਰਸਾਨੀ ਸੰਘਰਸ਼ ਲਈ ਜੂਝ ਰਹੇ ਨੇ, ਉਹਨਾਂ ਦੀ ਚੜ੍ਹਦੀ ਕਲਾ ਦੀ, ਸਫਲਤਾ ਦੀ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।